ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਗੁਰ ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਜ ਬਾਜ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਸ਼ਿਤ ਸੋਹਤ ਤਰ ਨਵ ਸਬਜਾਈ। ਜਿਹੋ ਸਭ ਕੇ ਅਦਕ ਬਧਾਈ। ਜੁਗੋ ਜੁਗ ਅਟਲ ਚਬਰ ਸਬਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ। ਸਤਿਗੁਰੂ ਜੀ ਦੀ ਅਪਾਰ ਰਹਿਮਤ ਹੈ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਅਸੀਂ ਰੋਜ਼ਾਨਾ ਦੀ ਕਾਰ ਕਰਦਿਆਂ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣਦੇ ਹਾਂ। ਜਿੱਥੇ ਅਸੀਂ ਗੁਰਬਾਣੀ ਕੀਰਤਨ ਦੇ ਲਾਹਾ ਪ੍ਰਾਪਤ ਕਰਦੇ ਹਾਂ, ਨਾਲ ਹੀ ਨਾਲ ਅਸੀਂ
ਗੁਰ ਇਤਿਹਾਸ ਤੋਂ ਵੀ ਜਾਣੂ ਹੁੰਦੇ ਹਾਂ। ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਬ ਰਾਤ ਅਧਿਆਏ 3 ਦੀ ਕਥਾ ਜੋ ਲੜੀਵਾਰ ਚੱਲ ਰਹੀ ਹੈ, ਜਿਸ ਦੇ ਵਿੱਚ ਅਸੀਂ ਕੱਲ ਦੇ ਪ੍ਰਸੰਗ ਦੇ ਦੌਰਾਨ ਸਰਵਣ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਦੇਵੀ ਜੀ ਦੇ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੈ। ਉਸ ਪਰਮਾਤਮਾ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਭਗਤੀ ਤੋਂ ਪ੍ਰਸੰਨ ਹੁੰਦਿਆਂ, ਤਿਨਾਂ ਦੇ ਜਪ ਤਪ ਤੋਂ ਪ੍ਰਸੰਨ ਹੁੰਦਿਆਂ ਪਰਮਾਤਮਾ ਨੇ ਮਨ ਦੇ ਵਿੱਚ ਸੰਕਲਪ ਧਾਰਨ ਕੀਤਾ ਕਿ ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਅਵਤਾਰ ਧਾਰਨ ਕੀਤਾ ਜਾਵੇ। ਤੇ ਇਸ ਤਰ੍ਹਾਂ ਸਾਰੀ ਨਗਰ ਦੇ ਵਿੱਚ, ਸਾਰੀ ਤਲਵੰਡੀ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੈ। ਮਾਹੌਲ ਦੇ ਨਾਲ ਨਾਲ ਕਵੀ ਜੀ ਨੇ ਪ੍ਰਸੰਗ ਦੇ ਵਿੱਚ ਵਰਣਨ ਕੀਤਾ ਹੈ ਜੋ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਮੁਖਾਰ ਬਿੰਦ ਤੋਂ ਸੁਣਾਉਣਾ ਕਰਦੇ ਨੇ ਕਿ ਕਿਸ ਤਰ੍ਹਾਂ ਜਗਤ ਦੇ ਸੁਆਮੀ ਦੇ ਜਗਤ ਦੇ ਵਿੱਚ ਆਉਣ ਦੀਆਂ ਖੁਸ਼ੀਆਂ ਦੇ ਵਿੱਚ, ਜਗਤ ਦੇ ਸੁਆਮੀ ਦੇ ਆਉਣ ਦੇ ਖੇੜੇ ਦੇ ਵਿੱਚ ਸਾਰੇ ਪਾਸੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਾਰੇ ਪਾਸੇ ਚੰਗੇ ਗੁਣ ਜਿਹੜੇ ਨੇ ਉਹਨਾਂ ਦਾ ਪ੍ਰਸਾਰਾ ਹੋ ਗਿਆ। ਸਾਰੇ ਪਾਸੇ ਹੀ ਸੱਚ ਦਾ ਪ੍ਰਸਾਰਾ ਹੈ, ਸਾਰੇ ਪਾਸੇ ਸੰਤੋਖ, ਸਭ ਪਾਸੇ ਧਰਮ, ਸਤ, ਕਰੁਣਾ ਇਤਆਦਿਕ ਇਹ ਚੰਗੇ ਜਿਹੜੇ ਸ਼ੁਭ ਗੁਣ ਨੇ, ਇਹ ਚੰਗੇ ਜਿਹੜੇ ਸ਼ੁਭ ਕਰਮਾਂ ਵਾਲੇ ਮਨੁੱਖ ਨੇ, ਇਹ ਸਾਰੇ ਦੇ ਸਾਰੇ ਉਸ ਨਗਰ ਦੇ ਵਿੱਚ ਖੁਸ਼ੀਆਂ, ਖੇੜੇ, ਆਨੰਦ ਪ੍ਰਾਪਤ ਕਰਦੇ ਨੇ। ਹੋਰ ਤੇ ਹੋਰ ਉਸ ਨਗਰ ਦੇ ਵਿੱਚ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ, ਮਨ ਦੇ ਵਿੱਚ ਖੁਸ਼ੀਆਂ ਨੇ। ਮਨ ਖੁਸ਼ ਹੋਣ ਦੇ ਕਾਰਨ ਕੁਦਰਤ ਦੀ ਹਰ ਸ਼ੈ, ਕੁਦਰਤ ਦੀ ਹਰ ਚੀਜ਼, ਕੁਦਰਤ ਦੀ ਹਰ ਵਸਤੂ ਹੀ ਆਨੰਦਮਈ ਪ੍ਰਤੀਤ ਹੁੰਦੀ ਹੈ। ਤੇ ਇਸੇ ਤਰ੍ਹਾਂ ਜੋ ਅੱਜ ਦੇ ਪ੍ਰਸੰਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਦੇ ਬਾਬਤ ਅਸੀਂ ਵਿਚਾਰ ਸਰਵਣ ਕਰਾਂਗੇ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਿਤ ਸੋਹਤ ਤਰਨਵ ਸਭ ਜਾਈ, ਜਿਹ ਉਰ ਸਭ ਕੇ ਅਦਕ ਵਧਾਈ। ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ, ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਪਿਛਲੇ ਦੀਵਾਨਾਂ ਦੇ ਵਿੱਚ ਵੀ ਅਸੀਂ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਬੱਦਲ ਆਉਂਦੇ ਨੇ, ਬੱਦਲਾਂ ਦੇ ਵਿੱਚ ਪਾਣੀ ਭਰਿਆ ਹੋਇਆ ਤੇ ਮਨੁੱਖਾਂ ਦੀ ਇੱਛਾ ਦੇ ਅਨੁਸਾਰ ਮੀਂਹ ਵਰ ਰਿਹਾ, ਬਰਸਾਤ ਹੋ ਰਹੀ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਜਦੋਂ ਬਰਸਾਤ ਦਾ ਮੌਸਮ ਹੋਵੇ, ਜਦੋਂ ਕਿਤੇ ਧਰਤੀ ਦੀ ਇੱਛਾ ਦੇ ਅਨੁਸਾਰ ਜਿੰਨੀ ਧਰਤੀ ਨੂੰ ਜ਼ਰੂਰਤ ਹੈ ਇਸ ਦੇ ਉੱਤੇ ਵਰਖਾ ਹੋ ਜਾਵੇ, ਆਮ ਤੌਰ ਦੇ ਉੱਤੇ ਇਹ ਧਰਤੀ ਹਰਿਆਵਲ ਹੋ ਜਾਂਦੀ, ਹਰੀ ਭਰੀ ਹੋ ਜਾਂਦੀ ਹੈ। ਇੱਥੇ ਵੀ ਜ਼ਿਕਰ ਕੀਤਾ ਸ਼ਿਤ ਸੋਹਤ ਧਰਨਵ ਸਬਜਾਈ ਕਿ ਧਰਤੀ ਨਵੀਂ ਹਰਿਆਵਲ ਧਾਰ ਕੇ ਸ਼ੋਭ ਰਹੀ ਹੈ। ਹਰਿਆਲੀ ਦੇ ਕਾਰਨ ਧਰਤੀ ਵੀ ਸ਼ੋਭਨਿਕ ਹੋ ਗਈ ਹੈ। ਜਿਹ ਉਰ ਸਭ ਕੇ ਅਦਕ ਵਧਾਈ ਕਿ ਹਰ ਇੱਕ ਦੇ ਦਿਲ ਦੇ ਵਿੱਚ, ਹਰ ਮਨੁੱਖ ਦੇ ਮਨ ਦੇ ਵਿੱਚ ਖੁਸ਼ੀ ਹੈ, ਖੇੜਾ ਹੈ। ਜਟ ਜੰਗਮ ਤਲਵੰਡ ਆਨੰਦੂ, ਭਾ ਪਰਵੇਸ਼ ਜਬ ਕੋ ਸੁਖ ਕੰਦੋ। ਕਹਿੰਦੇ ਜਿਹੜੇ ਤੁਰਨ ਵਾਲੇ ਨੇ ਅਤੇ ਜਿਹੜੇ ਨਾ ਤੁਰਨ ਵਾਲੇ ਜੀਵ ਜੰਤ ਨੇ ਨਾ, ਭਾਵ ਰੁੱਖ ਪੌਦੇ ਜਾਂ ਜਿੰਨੇ ਵੀ ਕੁਦਰਤ ਦੇ ਸਾਜੇ ਹੋਏ, ਉਸ ਪਰਮਾਤਮਾ ਦੇ ਸਾਜੇ ਹੋਏ ਕੁਦਰਤ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਜੀਵ ਜੰਤੂ ਨੇ ਨਾ, ਕਹਿੰਦੇ ਸਾਰੇ ਹੀ ਆਪਣੀ ਥਾਂ ਦੇ ਉੱਤੇ ਆਨੰਦਮਈ ਨੇ, ਆਨੰਦ ਪ੍ਰਾਪਤ ਕਰਦੇ ਨੇ, ਖੇੜਾ ਪ੍ਰਾਪਤ ਕਰਦੇ ਨੇ। ਭਾ ਪ੍ਰਵੇਸ਼ ਜਬ ਕੋ ਸੁਖ ਕੰਦੂ ਕਿ ਸੁਖ ਦਾਤੇ ਦਾ ਜਦ ਤੋਂ ਪ੍ਰਵੇਸ਼ ਹੋਇਆ ਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਬਾਰੇ ਜਦੋਂ ਸਮਾਜ ਦੇ ਵਿੱਚ ਪਤਾ ਚੱਲਿਆ ਨਾ, ਸਮਾਜ ਦੇ ਲੋਕ ਦੇ ਨਾਲ ਨਾਲ ਕੁਦਰਤ ਦੀ ਹਰ ਇੱਕ ਵਸਤੂ, ਰੁੱਖ ਪੌਦੇ, ਪੰਛੀ, ਜਾਨਵਰ
ਸਾਰੇ ਹੀ ਆਨੰਦ ਪ੍ਰਾਪਤ ਕਰਦੇ ਨੇ, ਕਿਉਂਕਿ ਉਹ ਪ੍ਰਮਾਤਮਾ ਨੇ ਆਪ ਇਸ ਧਰਤੀ ਦੇ ਉੱਤੇ ਅਵਤਾਰ ਧਾਰਨ ਕਰਨਾ ਹੈ। ਧਰਤੀ ਦੀ ਪੁਕਾਰ ਸੁਣੀ ਗਈ, ਧਰਤੀ ਦੀ ਪੁਕਾਰ ਸੀ ਨਾ ਕਿ ਮੇਰੇ ਉੱਤੇ ਦੁੱਖਾਂ ਦਾ ਭਾਰ ਵੱਧ ਗਿਆ, ਵਿਕਾਰਾਂ ਦਾ ਬੋਲਬਾਲਾ ਸਾਰੇ ਪਾਸੇ ਹੋ ਗਿਆ। ਜਦੋਂ ਪ੍ਰਮਾਤਮਾ ਨੇ ਫਿਰ ਸੰਕਲਪ ਧਾਰਨ ਕੀਤਾ ਤਾਂ ਇਸ ਧਰਤੀ ਦੇ ਉੱਤੇ ਬਾਬਾ ਕਾਲੂ ਜੀ ਦੇ ਗ੍ਰਹਿ ਦੇ ਵਿਖੇ ਜਦੋਂ ਅਵਤਾਰ ਧਾਰਨ ਬਾਰੇ ਸੰਕਲਪ ਧਾਰਿਆ ਤਾਂ ਇਸ ਤਰ੍ਹਾਂ ਉੱਥੋਂ ਦਾ ਵਾਤਾਵਰਨ ਵੀ ਸ਼ੋਭਨਿਕ ਹੋ ਰਿਹਾ। ਹਰ ਇੱਕ ਚੀਜ਼, ਹਰ ਇੱਕ ਸ਼ੈ ਹੀ ਸੁਹਾਵਣੀ ਲੱਗ ਰਹੀ ਹੈ। ਅਸ ਜਸ ਬੀਤ ਗਏ 10 ਮਾਸਾ, ਸਰਦ ਸੁੰਦਰੀ ਇੰਦ ਪ੍ਰਕਾਸ਼ਾ। ਕਿ ਇਸ ਤਰ੍ਹਾਂ ਜਦੋਂ 10 ਮਹੀਨਿਆਂ ਦਾ ਸਮਾਂ ਬੀਤ ਗਿਆ ਨਾ, ਮਾਤਾ ਤ੍ਰਿਪਤਾ ਜੀ ਨੇ ਉਦਰ ਧਾਰਨ ਕੀਤਾ ਹੋਇਆ ਹੈ। ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ 10 ਮਹੀਨਿਆਂ ਦਾ ਸਮਾਂ ਬੀਤ ਗਿਆ ਨਾ, ਸਰਦ ਸੁੰਦਰੀ ਇੰਦ ਪ੍ਰਕਾਸ਼ਾ, ਕਿ ਸਰਦ ਰੁੱਤ ਦਾ ਜਿਹੜਾ ਚੰਦਰਮਾ ਸੀ ਉਹ ਪ੍ਰਕਾਸ਼ਿਆ ਗਿਆ। ਸਰਦ ਰੁੱਤ ਦਾ ਚੰਦਰਮਾ ਪ੍ਰਕਾਸ਼ਮਾਨ ਹੋ ਗਿਆ। ਬਿਮਲ ਆਕਾਸ਼ ਸੁਹਗਣ ਤਾਰਾ, ਜਿਮ ਜਗਿਆਸੀ ਉਰ ਆਚਾਰਾ। ਕਿ ਇਸ ਤਰ੍ਹਾਂ ਆਕਾਸ਼ ਤਾਰਿਆਂ ਦੇ ਨਾਲ ਸ਼ੋਭਨੀਕ ਹੋ ਰਿਹਾ, ਕਿ ਆਕਾਸ਼ ਤਾਰਿਆਂ ਦੇ ਨਾਲ ਇੰਜ ਸੁਭਾਇਮਾਨ ਹੈ ਕਿ ਜਿਸ ਤਰ੍ਹਾਂ ਮੰਨ ਲਓ ਇੱਕ ਜਗਿਆਸੂ ਮਨੁੱਖ ਹੋਵੇ, ਕੋਈ ਗੁਣਵਾਨ ਮਨੁੱਖ ਹੋਵੇ ਤੇ ਉਸ ਦੇ ਜੀਵਨ ਦੇ ਵਿੱਚੋਂ ਗੁਣਾਂ ਦੀ ਝਲਕਾਰ ਪੈਂਦੀ ਹੋਵੇ, ਉਸ ਦੇ ਗੁਣਾ ਜੀਵਨ ਦੇ ਵਿੱਚੋਂ ਗੁਣਾਂ ਦੀ ਜਿਹੜੀ ਹੈ ਪਹਿਚਾਨ ਹੁੰਦੀ ਹੋਵੇ। ਤੇ ਇਸ ਤਰ੍ਹਾਂ ਕਹਿੰਦੇ ਨੇ ਆਕਾਸ਼ ਪੂਰਾ ਤਾਰਿਆਂ ਦੇ ਨਾਲ ਸੁਭਾਇਮਾਨ ਹੈ, ਤਾਰਿਆਂ ਦੇ ਨਾਲ ਆਕਾਸ਼ ਵੀ ਸ਼ੋਭਨਿਕ ਹੋ ਰਿਹਾ, ਤਾਰੇ ਟਿਮਟਮਾਉਂਦੇ ਨੇ। ਤੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਕੋਈ ਗਿਆਨਵਾਨ ਮਨੁੱਖ ਆਪਣੇ ਜੀਵਨ ਦੇ ਵਿੱਚ ਆਪਣੇ ਸਚਿਆਰੇਪਣ ਦੇ ਵਿੱਚ ਚੰਗੇ ਗੁਣਾਂ ਦੀ ਵਰਤੋਂ ਕਰ ਰਿਹਾ ਹੋਵੇ। ਨਿਰਸਮੇਘ ਹੋਏਗੇ ਨਿਜ ਦੇਸੂ, ਜਿਮ ਸਤ ਸੰਗਤ ਮਿਟੇ ਕਲੇਸ਼ੋ। ਕਿ ਵਰਖਾ ਹੋ ਗਈ, ਵਰਖਾ ਹੋਣ ਤੋਂ ਬਾਅਦ ਬੱਦਲ ਪਾਣੀ ਤੋਂ ਰਹਿਤ ਹੋ ਗਏ ਤੇ ਬੱਦਲਾਂ ਨੇ ਵੀ ਆਪਣੇ ਦੇਸ਼ ਨੂੰ ਚਾਲੇ ਪਾ ਦਿੱਤੇ। ਕਿਸ ਤਰ੍ਹਾਂ? ਜਿਮ ਸਤ ਸੰਗਤ ਮਿਟੇ ਕਲੇਸ਼ੂ, ਕਿ ਜਿਵੇਂ ਕੋਈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸੰਗਤ ਕਰਦਾ ਹੈ, ਸਤ ਸੰਗਤ ਦੇ ਵਿੱਚ ਆ ਕੇ ਵਿਰਾਜਮਾਨ ਹੁੰਦਾ ਹੈ, ਗੁਰਬਾਣੀ ਕੀਰਤਨ ਦੇ ਨਾਲ ਸਾਂਝ ਪਾਉਂਦਾ ਹੈ, ਕਥਾ ਵਿਚਾਰਾਂ ਦੇ ਨਾਲ ਸਾਂਝ ਪਾਉਂਦਾ ਹੈ, ਤੇ ਉਸ ਦੇ ਮਾਨਸਿਕ ਤੌਰ ਦੇ ਉੱਤੇ ਜਿਹੜੇ ਦੁੱਖ ਕਲੇਸ਼ ਨੇ, ਸਾਰੇ ਵਿਕਾਰ ਨੇ ਜਿੱਦਾਂ ਖਤਮ ਹੋ ਜਾਂਦੇ ਨਾ ਸੰਗਤ ਦੇ ਵਿੱਚ ਆਉਣ ਦੇ ਨਾਲ। ਕਿ ਇਸ ਤਰ੍ਹਾਂ ਉਹ ਬੱਦਲ ਵੀ ਚਾਲੇ ਪਾ ਗਏ, ਕਿ ਉਹਨਾਂ ਦੇ ਵਿੱਚੋਂ ਪਾਣੀ ਰਹਿਤ ਹੋ ਗਏ ਤੇ ਬੱਦਲਾਂ ਨੇ ਆਪਣੇ ਦੇਸ਼ ਨੂੰ ਚਾਲੇ ਪਾ ਦਿੱਤੇ। ਉਰਜ ਮਾਸ ਕੀ ਪੂਰਨਮਾਸ਼ੀ, ਹਰ ਕੀਰਤ ਸੋ ਜੋਨ ਪ੍ਰਕਾਸ਼ੀ। ਉਰਜ ਮਾਸ ਕਹਿੰਦੇ ਨੇ ਕੱਤਕ, ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਹਰ ਕੀਰਤ ਸੋ ਜੋਨ ਪ੍ਰਕਾਸ਼ੀ, ਕਿ ਹਰੀ ਦੇ ਕੀਰਤਨ ਵਾਂਗ ਚਾਂਦਨੀ ਜਿਹੜਾ ਸੀ ਪ੍ਰਕਾਸ਼ਮਾਨ ਹੋਈ। ਹਰੀ ਦੇ ਕੀਰਤਨ ਦੇ ਵਾਂਗ ਉਹ ਜਿਹੜੀ ਚਾਨਣੀ ਸੀ, ਜਿਸ ਤਰ੍ਹਾਂ ਪਿੱਛੇ ਜ਼ਿਕਰ ਕੀਤਾ ਕਿ ਸਰਦ ਰੁੱਤ ਦਾ ਚੰਦਰਮਾ ਪ੍ਰਕਾਸ਼ਮਾਨ ਹੋਇਆ ਹੈ, ਕਿ ਇਸੇ ਤਰ੍ਹਾਂ ਕੱਤਕ ਮਹੀਨੇ ਦੀ ਪੂਰਨਮਾਸ਼ੀ ਆਉਣ ਦੇ ਨਾਲ ਚਾਨਣੀ ਜਿਹੜੀ ਸੀ ਉਹ ਪ੍ਰਕਾਸ਼ਮਾਨ ਹੋ ਗਈ। ਚਾਨਣ ਦਾ ਜਿਹੜਾ ਸੀ ਉਹ ਸੋਮਾ ਜਿਹੜਾ ਸੀ ਫੁੱਟਿਆ। ਸੰਬਤ 9 ਖਟ ਸਹਸ ਸ਼ਬੀਸਾ, ਓ ਅਵਤਾਰ ਪ੍ਰਗਟ ਜਗਦੀਸ਼ਾ। ਸੰਬਤ ਦਾ ਭਾਵ ਹੈ ਸੰਮਤ, ਤੇ 9 ਦਾ ਭਾਵ ਹੈ 9, ਖਟ ਦਾ ਭਾਵ ਹੈ 6। 9 + 6 ਹੋ ਗਏ 15, ਤੇ ਨਾਲ ਹੀ ਸਹਸ ਦਾ ਭਾਵ ਹੈ 100, ਸ਼ਬੀਸਾ ਦਾ ਭਾਵ ਹੈ 26। ਸੰਮਤ 1526। ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਵੀ ਵਿਚਾਰ ਸਰਵਣ ਕਰ ਚੁੱਕੇ ਆ ਨਾ। ਜਦੋਂ ਅਸੀਂ ਇਤਿਹਾਸ ਦੇ ਵਿੱਚ ਬਹੁਤਾਂਤ ਗਿਣਤੀ ਦੇ ਵਿੱਚ ਇਤਿਹਾਸ ਜਦੋਂ ਪੜ੍ਹਨ ਦਾ ਯਤਨ ਕਰਦੇ ਆ ਨਾ, ਤਾਂ ਇਤਿਹਾਸਕਾਰਾਂ ਨੇ ਜ਼ਿਆਦਾਤਰ ਇਤਿਹਾਸ ਦੇ ਵਿੱਚ ਸੰਮਤ ਸਨ ਵਰਤਿਆ ਹੈ। ਜਦੋਂ ਅਸੀਂ ਸੰਮਤ ਨੂੰ ਈਸਵੀ ਸਨ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਉਸ ਸਨ ਨੂੰ, ਜਿਹੜਾ ਸੰਮਤ ਦਾ ਸਨ ਹੈ ਨਾ, ਜਿੱਦਾਂ ਹੁਣ ਇੱਥੇ 1526 ਸੰਮਤ ਦਾ ਜ਼ਿਕਰ ਕੀਤਾ, ਤਾਂ ਜਦੋਂ ਇਸ ਦੇ ਵਿੱਚੋਂ ਅਸੀਂ 57 ਸਾਲ ਘਟਾ ਦੇ ਦੇਵਾਂਗੇ ਨਾ, ਤਾਂ ਸਾਡਾ ਜਿਹੜਾ ਅੱਜ ਦਾ ਈਸਵੀ ਸਨ ਚੱਲ ਰਿਹਾ, ਈਸਵੀ ਸਾਲ ਚੱਲ ਰਿਹਾ ਨਾ, ਇਸ ਦੇ ਅਨੁਸਾਰ ਸਾਨੂੰ ਜਿਹੜੀ ਸਹੀ ਤਰੀਕ ਹੈ ਉਹ ਸਾਨੂੰ ਪਤਾ ਲੱਗ ਜਾਵੇਗੀ। ਸੰਮਤ 1526 ਭਾਵ ਇਸ ਦੇ ਵਿੱਚ 57 ਸਾਲ ਘਟਾ ਦਿੱਤੇ ਤਾਂ 1469 ਈਸਵੀ ਦਾ ਸਮਾਂ ਬਣਦਾ ਹੈ।
ਸੰਬਤ 9 ਖਟ ਸਹਿਸ ਛਵੀਸਾ, ਉਹ ਅਵਤਾਰ ਪ੍ਰਗਟ ਜਗਦੀਸ਼ਾ। ਕਿ ਜਗਤ ਦੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਸੰਮਤ 1526 ਈਸਵੀ ਨੂੰ। ਭਇਓ ਅਚਾਨਕ ਸਬਨ ਉਸਾਹਾ, ਬਿਨ ਕਾਰਨ ਮਨ ਲਖ ਨ ਸਕਾਹਾ। ਕਿ ਅਚਨ ਚੇਤ ਹੀ, ਜਦੋਂ ਅਚਾਨਕ ਦਾ ਭਾਵ ਹੁੰਦਾ ਹੈ ਅਚਨ ਚੇਤ, ਜਦੋਂ ਅਚਨ ਚੇਤ ਹੀ ਸਾਰੇ ਪਾਸੇ ਖੁਸ਼ੀਆਂ ਦਾ ਪ੍ਰਵਾਹ ਉਛਾਲੇ ਮਾਰਨ ਲੱਗਾ। ਇੰਜ ਕਿਉਂ ਹੋਇਆ? ਕੋਈ ਜਾਣਦਾ ਨਹੀਂ ਸੀ। ਕਿ ਜਦੋਂ ਪ੍ਰਕਾਸ਼ ਹੋਇਆ, ਪਰਮਾਤਮਾ ਨੇ ਅਵਤਾਰ ਧਾਰਨ ਕੀਤਾ ਜਗਤ ਦੇ ਮਾਲਕ ਨੇ, ਤਾਂ ਉਸ ਸਮੇਂ ਸਾਰੇ ਪਾਸੇ ਖੁਸ਼ੀਆਂ ਦਾ ਪਸਾਰਾ ਹੋ ਗਿਆ। ਚੰਗੇ ਗੁਣ ਆਉਣ ਲੱਗ ਪਏ ਸਮਾਜ ਦੇ ਵਿੱਚ, ਚੰਗੇ ਗੁਣਾਂ ਦਾ ਬੋਲਬਾਲਾ ਹੋ ਗਿਆ। ਜਿੱਥੇ ਲੋਕ ਪਹਿਲਾਂ ਠੱਗੀਆਂ ਕਰਦੇ ਸਨ, ਲੋਕ ਦੂਸਰੇ ਲੋਕਾਂ ਦੀ ਲੁੱਟਮਾਰ ਕਰਦੇ ਸਨ, ਉੱਥੇ ਚੰਗੇ ਗੁਣਾਂ ਨੇ ਥਾਂ ਲੈ ਲਈ। ਚੰਗੇ ਗੁਣਾਂ ਨੂੰ ਜੀਵਨ ਦੇ ਵਿੱਚ ਮਨੁੱਖਾਂ ਨੇ ਧਾਰਨ ਕਰ ਲਿਆ ਤੇ ਸਾਰੇ ਪਾਸੇ ਖੁਸ਼ੀਆਂ ਭਰਿਆ ਮਾਹੌਲ ਹੋ ਗਿਆ। ਤਾਂ ਇਹ ਕਹਿੰਦੇ ਵੀ ਇਸ ਦਾ ਕਾਰਨ ਕਿਸੇ ਨੂੰ ਵੀ ਨਹੀਂ ਪਤਾ ਵੀ ਇੰਨੀਆਂ ਖੁਸ਼ੀਆਂ ਕਿਉਂ ਨੇ। ਚੌਪਈ ਧਰਾ ਆਕਾਸ਼ ਵਿਖੇ ਜੇ ਬਾਸੀ, ਮੰਗਲ ਕਰੇ ਸਿਮਰ ਅਵਿਨਾਸ਼ੀ। ਧਰਾ ਦਾ ਭਾਵ ਹੁੰਦਾ ਹੈ ਧਰਤੀ, ਤੇ ਆਕਾਸ਼ ਦਾ ਭਾਵ ਅਸੀਂ ਸਾਰੇ ਜਾਣਦੇ ਹਾਂ ਕਿ ਆਕਾਸ਼। ਧਰਤੀ ਅਤੇ ਆਕਾਸ਼ ਵਿਖੇ ਜੇ ਬਾਸੀ, ਧਰਤੀ ਅਤੇ ਆਕਾਸ਼ ਦੇ ਉੱਤੇ ਰਹਿਣ ਵਾਲੇ ਜਿਹੜੇ ਮਨੁੱਖ ਨੇ, ਸਾਰੇ ਜੀਵ ਨੇ, ਮੰਗਲ ਕਰੇ ਸਿਮਰ ਅਵਿਨਾਸ਼ੀ। ਅਵਿਨਾਸ਼ੀ ਦਾ ਭਾਵ ਹੁੰਦਾ ਜਿਹੜਾ ਕਦੇ ਵੀ ਨਾਸ਼ ਨਾ ਹੋਵੇ, ਜਿਸ ਦਾ ਕਦੇ ਵੀ ਨਾਸ਼ ਨਾ ਹੋਵੇ, ਜਿਹੜਾ ਕਦੇ ਵੀ ਖਤਮ ਨਾ ਹੋਵੇ। ਧਰਤੀ ਅਤੇ ਆਕਾਸ਼ ਦੇ ਉੱਤੇ ਰਹਿਣ ਵਾਲੇ ਜਿੰਨੇ ਵੀ ਜੀਵ ਜੰਤ ਨੇ, ਸਾਰਿਆਂ ਨੇ ਉਹ ਨਾਸ਼ ਨਾ ਹੋਣ ਵਾਲੇ ਪ੍ਰਭੂ ਪਰਮਾਤਮਾ ਦਾ ਜਿਹੜਾ ਸੀ ਸਿਮਰਨ ਕਰਨ ਲੱਗੇ, ਉਸ ਦਾ ਮੰਗਲਾਚਰਨ ਕਰ ਰਹੇ ਹਨ। ਲੈ ਨਿਜ ਹਾਥਨ ਸੰਖ ਬਜਾਏ, ਜੈ 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 ਮੁਖ ਬਚਨ ਸੁਨਾਏ। ਕਿ ਮਨੁੱਖਾਂ ਨੇ ਹੱਥਾਂ ਦੇ ਵਿੱਚ ਸੰਖ ਫੜ ਕੇ ਸੰਖ ਵਜਾਣੇ ਸ਼ੁਰੂ ਕਰ ਦਿੱਤੇ ਤੇ ਸਾਰੇ ਪਾਸੇ ਹੀ ਜਿਹੜੀ ਸੀ ਜੈ ਜੈਕਾਰ ਹੋਣੀ ਸ਼ੁਰੂ ਹੋ ਗਈ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ ਨਾ, ਜਗਤ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਅਵਤਾਰ ਧਾਰਨ ਕੀਤਾ। ਉਸ ਤੋਂ ਪਹਿਲਾਂ ਦੀ ਕਥਾ ਵੀ ਅਸੀਂ ਸਰਵਣ ਕਰ ਚੁੱਕੇ ਹਾਂ। ਕਿਸ ਤਰ੍ਹਾਂ ਭਾਈ ਬਾਲਾ ਜੀ ਜ਼ਿਕਰ ਕਰਦੇ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਕਿ ਧਰਤੀ ਦੀ ਦੁਰਦਸ਼ਾ ਕਿਹੋ ਜੀ ਸੀ। ਜਦੋਂ ਫਿਰ ਪਰਮਾਤਮਾ ਨੇ ਅਵਤਾਰ ਧਾਰਨ ਕੀਤਾ, ਪਰਮਾਤਮਾ ਆਪ ਪ੍ਰਗਟ ਹੋਇਆ ਨਾ, ਤਾਂ ਉਸ ਪ੍ਰਸੰਗ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 23ਵੀਂ ਪੌੜੀ ਦੇ ਵਿੱਚ ਵੀ ਉਸ ਪ੍ਰਸੰਗ ਦਾ ਜ਼ਿਕਰ ਕੀਤਾ ਹੈ ਕਿ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਕਿ ਜਦੋਂ ਉਸ ਦਤਾਰ ਪ੍ਰਭੂ ਨੇ ਧਰਤੀ ਦੀ ਪੁਕਾਰ ਸੁਣੀ, ਧਰਤੀ ਦੀ ਪੁਕਾਰ ਸੁਣਨ ਤੋਂ ਬਾਅਦ ਨਾਲ ਹੀ ਨਾਲ ਜਿਸ ਤਰ੍ਹਾਂ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਤਪੱਸਿਆ ਤੋਂ, ਜਪ ਤਪ ਤੋਂ ਪ੍ਰਸੰਨ ਹੋ ਕੇ ਨਾ ਧਰਤੀ ਦੇ ਉੱਤੇ ਆਉਣ ਦਾ ਸੰਕਲਪ ਧਾਰਨ ਕੀਤਾ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਸ ਜਗਤ ਦੇ ਵਿੱਚ ਭੇਜਣਾ ਕੀਤਾ। ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋ ਜਾਂਦਾ, ਪ੍ਰਕਾਸ਼ ਧਾਰਨ ਕਰਦੇ ਨੇ, ਪ੍ਰਗਟ ਹੁੰਦੇ ਨੇ, ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਕ ਨਵੀਂ ਰੋਹ ਰੀਤ ਚਲਾਈ। ਰਹਿ ਰਾਸ ਦਾ ਭਾਵ ਹੁੰਦਾ ਨਵੀਂ ਰੋਹ ਰੀਤ, ਰੋਹ ਰੀਤ। ਤੇ ਇਸ ਤਰ੍ਹਾਂ ਉਹਨਾਂ ਨੇ ਰੋਹ ਰੀਤ ਚਲਾਈ। ਕਿਹੜੀ ਰੋਹ ਰੀਤ? ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਚਰਨ ਧੋਣ ਦੀ, ਚਰਨ ਸਪਰਸ਼ ਕਰਨ ਦੀ ਜਿਹੜੀ ਸੀ ਨਵੀਂ ਰੋਹ ਰੀਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਚਲਾਉਣੀ ਕੀਤੀ ਕਿ ਆਪਣੇ ਆਪ ਨੂੰ ਨਿਵਾਉਣਾ, ਆਪਣੇ ਜੀਵਨ ਦੇ ਵਿੱਚ ਨਿਮਰਤਾ ਧਾਰਨ ਕਰਨੀ। ਅਸੀਂ ਗੁਰਬਾਣੀ ਦੇ ਵਿੱਚ ਵੀ ਸਾਹਿਬਾਂ ਦਾ ਫਰਮਾਨ ਪੜ੍ਹਦੇ ਹਾਂ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਕਿ ਸਾਰੇ ਚੰਗੇ ਜਿਹੜੇ ਗੁਣ ਨੇ, ਚੰਗਿਆਈਆਂ ਵਾਲੇ ਗੁਣ ਨੇ, ਉਹਨਾਂ ਸਾਰਿਆਂ ਗੁਣਾਂ ਦਾ ਜਿਹੜਾ ਤੱਤ ਹੈ ਨਾ, ਉਹ ਨਿਮਰਤਾ ਹੈ। ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਆ ਗਈ, ਤਾਂ ਉਸ ਸਮੇਂ ਮਨੁੱਖ ਦਾ ਜੀਵਨ ਜਿਹੜਾ ਹੈ ਸਚਿਆਰਾ ਬਣ ਜਾਂਦਾ ਹੈ। ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਮਾਜ ਦੇ ਵਿੱਚ ਨਵੀਂ ਰੋਹ ਰੀਤ ਚਲਾ ਦਿੱਤੀ। ਜਿੰਨੇ ਵੀ ਸਿੱਖ ਸਨ, ਜਿੰਨੀਆਂ ਵੀ ਸਿੱਖਣ ਵਾਲੇ ਜਗਿਆਸੂ ਮਨੁੱਖ ਸਨ, ਉਹਨਾਂ ਦੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਭਰ ਦਿੱਤੀ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਅਸੀਂ ਪਿੱਛੇ ਵੀ ਜ਼ਿਕਰ
ਕਥਾ ਦੇ ਰਾਹੀਂ ਸਰਵਣ ਕਰ ਚੁੱਕੇ ਹਾਂ ਕਿ ਸਤਜੁਗ ਵੀ ਆਇਆ, ਤ੍ਰੇਤਾ ਯੁੱਗ ਵੀ ਆਇਆ, ਦੁਆਪਰ ਯੁੱਗ ਵੀ ਆਇਆ। ਧਰਤੀ ਦੀ ਪੁਕਾਰ ਸੀ ਕਿ ਜਦੋਂ ਸਤਜੁਗ ਸੀ, ਭਾਵ ਸੋਨੇ ਦਾ ਯੁੱਗ ਸੀ, ਉਦੋਂ ਧਰਮ ਦੇ 4 ਪੈਰ ਸਨ। ਜਦੋਂ ਤ੍ਰੇਤਾ ਯੁੱਗ ਆਇਆ, ਚਾਂਦੀ ਦਾ ਯੁੱਗ ਹੋ ਗਿਆ, ਉਸ ਸਮੇਂ ਧਰਮ ਦੇ 3 ਪੈਰ ਰਹਿ ਗਏ। ਜਦੋਂ ਦੁਆਪਰ ਯੁੱਗ ਆਇਆ, ਪਿੱਤਲ ਦਾ ਯੁੱਗ ਹੋ ਗਿਆ, ਉਸ ਸਮੇਂ ਧਰਮ ਦੇ 2 ਪੈਰ ਰਹਿ ਗਏ। ਤੇ ਜਦੋਂ ਕਲਯੁੱਗ ਆਇਆ, ਲੋਹੇ ਦਾ ਸਮਾਂ ਆਇਆ, ਉਦੋਂ ਧਰਮ ਦਾ ਕੇਵਲ ਇੱਕੋ ਹੀ ਪੈਰ ਰਹਿ ਗਿਆ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਸਿੱਖਿਆ ਦੇ ਨਾਲ ਕਲਯੁੱਗ ਦੇ ਵਿੱਚ ਵੀ, ਇਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਵੀ, ਜਿੱਥੇ ਕਾਜੀ ਵੀ ਰਿਸ਼ਵਤ ਲੈ ਕੇ ਨਿਆਂ ਕਰ ਰਹੇ ਨੇ, ਜਿੱਥੇ ਰਾਜੇ ਵੀ ਪਰਜਾ ਨੂੰ ਲੁੱਟ ਰਹੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਉਸ ਸਮਾਜ ਦੀ ਦੁਰਦਸ਼ਾ ਨੂੰ ਸੁਧਾਰਨ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਆਪਣੀ ਸਿੱਖਿਆ ਦਾ ਪ੍ਰਸਾਰ ਕੀਤਾ ਨਾ, ਇਸ ਕਲਯੁੱਗ ਦੇ ਭਿਆਨਕ ਕਾਲ ਦੇ ਵਿੱਚ, ਇਸ ਕਲਯੁੱਗ ਦੇ ਸਮੇਂ ਦੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਪੂਰਨ ਪਾਰ ਬ੍ਰਹਮ ਨੂੰ ਜਿਹੜਾ ਸੀ ਉਹ ਮਨੁੱਖਾਂ ਨੂੰ ਸਮਝਾਉਣਾ ਕੀਤਾ ਕਿ ਉਸ ਇੱਕ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਜਿਹੜੀ ਹੈ ਉਹ ਬੰਦਗੀ ਕਰਨੀ ਚਾਹੀਦੀ ਹੈ। 4 ਪੈਰ ਧਰਮ ਦੇ 4 ਵਰਨ ਇੱਕ ਵਰਨ ਕਰਾਇਆ, ਕਿਉਂਕਿ ਅਸੀਂ 4 ਧਰਮ ਦੇ ਪੈਰਾਂ ਦੀ ਗੱਲ ਕੀਤੀ ਕਿ ਹਰੇਕ ਯੁੱਗ ਦੇ ਵਿੱਚ ਧਰਮ ਦਾ ਇੱਕ ਪੈਰ ਘਟਦਾ ਗਿਆ, ਭਾਵ ਲੋਕ ਹੌਲੀ ਹੌਲੀ ਧਰਮ ਤੋਂ ਮੁਨਕਰ ਹੁੰਦੇ ਗਏ। ਜੋ ਧਰਮ ਦੀ ਪਰਿਭਾਸ਼ਾ ਸੀ ਉਹ ਲੋਕਾਂ ਤੱਕ ਨਹੀਂ ਪਹੁੰਚੀ, ਉਸ ਧਰਮ ਦੀ ਪਰਿਭਾਸ਼ਾ ਦਾ ਲੋਕਾਂ ਤੱਕ ਨਾ ਪਹੁੰਚਣ ਦੇ ਕਾਰਨ ਲੋਕ ਧਰਮ ਤੋਂ ਆਕੀ ਹੋ ਗਏ। ਧਰਮ ਦੇ ਚੰਗੇ ਗੁਣ ਸਨ, ਚੰਗੇ ਗੁਣਾਂ ਨੂੰ ਅਪਣਾਉਣ ਦੀ ਜਗ੍ਹਾ ਔਗੁਣਾਂ ਦਾ ਪੱਲਾ ਫੜ ਲਿਆ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਸਿੱਖਿਆ ਦਾ, ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਬੰਦਗੀ ਦਾ ਜਿਹੜਾ ਸੀ ਪ੍ਰਚਾਰ ਪ੍ਰਸਾਰ ਕੀਤਾ, ਮਨੁੱਖਾਂ ਦੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਭਰ ਦਿੱਤੀ, ਤਾਂ ਉਸ ਕਲਯੁੱਗ ਦੇ ਸਮੇਂ ਦੇ ਵਿੱਚ ਵੀ ਜਿਹੜੇ ਧਰਮ ਦੇ 4 ਪੈਰ ਸੀ, ਭਾਵ ਧਰਮ ਦਾ ਬੋਲਬਾਲਾ ਦੁਆਰਾ ਤੋਂ ਹੋ ਗਿਆ। ਉਹਨਾਂ ਹਾਲਾਤਾਂ ਦੇ ਵਿੱਚ ਦੁਆਰਾ ਤੋਂ ਮਨੁੱਖਾਂ ਦੇ ਜੀਵਨ ਦੇ ਵਿੱਚ ਸਬਰ ਸੰਤੋਖ ਆ ਗਿਆ, ਕਿਉਂਕਿ ਜਿਸ ਦੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਆ ਗਈ ਨਾ, ਬਾਕੀ ਦੇ ਗੁਣ ਆਪਣੇ ਆਪ ਆ ਜਾਣਗੇ। ਸਭ ਤੋਂ ਔਖਾ ਕੰਮ ਵੀ ਹੈ ਆਪਣੇ ਆਪ ਨੂੰ ਨਿਵਾਉਣਾ, ਆਪਣੇ ਆਪ ਨੂੰ ਸਿਜਦਾ ਕਰਨਾ। ਜਦੋਂ ਮਨੁੱਖ ਨੇ ਆਪਣੀ ਮੱਤ ਤਿਆਗ ਦਿੱਤੀ ਨਾ, ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਤਾਂ ਬਾਕੀ ਦੀਆਂ ਚੰਗਿਆਈਆਂ ਵੀ ਆਪਣੇ ਆਪ ਜੀਵਨ ਦੇ ਵਿੱਚ ਆ ਜਾਣਗੀਆਂ। ਤਾਂ ਇੱਥੇ ਭਾਈ ਗੁਰਦਾਸ ਜੀ ਵੀ ਸਮਝਾਉਣਾ ਕਰਦੇ ਨੇ ਕਿ ਧਰਮ ਦੇ 4 ਪੈਰ ਵੀ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜ ਕੀਤੇ। ਜਿੱਥੇ 4 ਵਰਨਾਂ ਦੇ ਲੋਕ ਰਹਿੰਦੇ ਸਨ, ਉਹਨਾਂ 4 ਵਰਨਾਂ ਤੋਂ ਇੱਕ ਵਰਨ ਕਰਵਾਇਆ, ਕਿਉਂਕਿ ਇੱਕ ਵਰਨ ਦਾ ਕੰਮ ਸੀ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਅਸੀਂ 4 ਵਰਨਾਂ ਦਾ ਜ਼ਿਕਰ ਵੀ ਕੀਤਾ ਪ੍ਰਸੰਗ ਦੇ ਵਿੱਚ। ਬ੍ਰਾਹਮਣ ਦਾ ਕੰਮ ਸੀ ਵਿਦਿਆ ਪੜ੍ਹਨੀ ਤੇ ਵਿਦਿਆ ਪੜਾਉਣੀ। ਖੱਤਰੀ ਦਾ ਕੰਮ ਸੀ ਕਿ ਜੰਗਾਂ ਯੁੱਧਾਂ ਦੇ ਸਮੇਂ ਜਦੋਂ ਕਿਤੇ ਵੀ ਸਮਾਜ ਦੇ ਉੱਤੇ ਵਿਪਤਾ ਆ ਗਈ, ਕਿਤੇ ਜੰਗ ਆ ਗਈ, ਤਾਂ ਖੱਤਰੀ ਦਾ ਕੰਮ ਸੀ ਕਿ ਸ਼ਸਤਰ ਹੱਥ ਦੇ ਵਿੱਚ ਧਾਰਨ ਕਰਕੇ ਸਮਾਜ ਦੇ ਲੋਕਾਂ ਦੀ ਰੱਖਿਆ ਕਰਨੀ। ਤੇ ਨਾਲ ਹੀ ਨਾਲ ਜਿਹੜੇ ਵੈਸ਼ ਦਾ ਕਰਮ ਸੀ, ਵੈਸ਼ ਵਰਨ ਦੇ ਲੋਕ ਸਨ, ਉਹਨਾਂ ਦਾ ਕੰਮ ਸੀ ਕਿ ਵਣਜ ਵਪਾਰ ਕਰਨਾ। ਤੇ ਜਿਹੜੇ ਚੌਥੇ ਕੈਟਾਗਰੀ ਚ ਆ ਜਾਂਦੇ ਸੀ, ਚੌਥਾ ਵਰਨ ਸੀ ਸ਼ੂਦਰ ਦਾ, ਤੇ ਉਹਨਾਂ ਦਾ ਕੰਮ ਸੀ ਸਮਾਜ ਦੇ ਵਿੱਚ ਸੇਵਾ ਸੰਭਾਲ ਕਰਨੀ, ਸਮਾਜ ਦੀ ਸਾਫ਼ ਸਫਾਈ ਕਰਨੀ। ਇਹਨਾਂ 4 ਵਰਨਾਂ ਦੀ ਵਿਚਾਰਧਾਰਾ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਜਿਹੜਾ ਨਿਰਮਲ ਪੰਥ ਚਲਾਇਆ ਸੀ, ਉਸ ਦੇ ਵਿੱਚ ਭਰ ਦਿੱਤਾ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਬਾਣੀ ਪੜ੍ਹਨੀ ਵੀ ਜਾਣਦਾ ਹੋਵੇ, ਗਿਆਨ ਹਾਸਲ ਕਰਨਾ ਵੀ ਜਾਣਦਾ ਹੋਵੇ ਤੇ ਗਿਆਨ ਵੰਡਣਾ ਵੀ ਜਾਣਦਾ ਹੋਵੇ। ਜਦੋਂ ਕਿਤੇ ਸਮਾਜ ਦੇ ਵਿੱਚ ਵਿਪਤਾ ਆ ਜਾਵੇ ਤਾਂ ਸ਼ਸਤਰ ਨੂੰ ਹੱਥ ਦੇ ਵਿੱਚ ਚੱਕ ਕੇ, ਸ਼ਸਤਰ ਹੱਥ ਦੇ ਵਿੱਚ ਫੜ ਕੇ, ਸ਼ਸਤਰ ਧਾਰਨ ਕਰਕੇ ਸਮਾਜ ਦੇ ਵਿੱਚ ਬੁਰਾਈ ਦਾ ਖਾਤਮਾ ਕਰਨਾ ਵੀ ਜਾਣਦਾ ਹੋਵੇ। ਤੇ ਨਾਲ ਹੀ ਨਾਲ ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਵਣਜ ਵਪਾਰ ਕਰਨ ਦੇ ਲਈ ਪ੍ਰੇਰਿਆ, ਉੱਥੇ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਵੀ ਅਸੀਂ ਜ਼ਿਕਰ ਕਰਦੇ ਹਾਂ ਕਿ ਸਿੱਖਾਂ ਨੂੰ ਆਪ ਘੋੜਿਆਂ ਦਾ ਵਪਾਰ ਕਰਨ ਦੇ ਲਈ ਭੇਜਿਆ। ਤੇ ਚੌਥੀ ਜਿਹੜੀ ਗੱਲ ਹੈ ਸੇਵਾ, ਤੇ ਉਸ ਤੋਂ ਬਿਨਾਂ ਸਾਡੀ ਸਿੱਖੀ ਦਾ ਥੰਮ ਜਿਹੜਾ ਹੈ ਉਹ ਅਧੂਰਾ ਹੈ। ਇਹ 4 ਵਰਨਾਂ ਦੀ ਜਿਹੜੀ ਵੱਖ-ਵੱਖ ਵਿਚਾਰਧਾਰਾ ਸੀ ਨਾ, ਇਹ ਸਾਰੀ ਦੀ ਸਾਰੀ ਵਿਚਾਰਧਾਰਾ ਇੱਕ ਸਿੱਖ ਦੇ ਵਿੱਚ ਭਰ ਦਿੱਤੀ, ਭਾਵ 4 ਵਰਨਾਂ ਦੀ ਵਿਚਾਰਧਾਰਾ ਨੂੰ ਇੱਕ ਥਾਂ ਦੇ ਉੱਤੇ ਇਕੱਠਾ ਕਰ ਦਿੱਤਾ ਵੀ ਕਿਸੇ ਵੀ ਇੱਕ ਵਰਨ ਦੇ ਕੋਲ ਇਹ ਨਹੀਂ ਵੀ ਜੇਕਰ ਕੋਈ ਵਿਦਿਆ ਪੜ੍ਹ ਰਿਹਾ ਤਾਂ ਪੜ੍ਹਾ ਰਿਹਾ, ਉਹ ਸੇਵਾ ਨਹੀਂ ਕਰੇਗਾ। ਇਹ ਨਹੀਂ ਵੀ ਜੇਕਰ ਕੋਈ ਜੰਗ ਦੇ ਵਿੱਚ ਜਾ ਰਿਹਾ ਉਸ ਨੂੰ ਵਿਦਿਆ ਪੜ੍ਹਨ ਦਾ ਹੱਕ ਨਹੀਂ। ਇਹ ਸੰਪੂਰਨ ਮਨੁੱਖ ਦੀ ਘਾਟ ਘੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਸਿੱਖਿਆ ਦਾ ਪ੍ਰਚਾਰ ਕਰਦੇ 4 ਪੈਰ ਧਰਮ ਦੇ 4 ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਰਾਣਾ ਕਹਿੰਦੇ ਨੇ ਰਾਜੇ ਨੂੰ, ਅਮੀਰ ਨੂੰ, ਤੇ ਰੰਕ ਕਹਿੰਦੇ ਨੇ ਗਰੀਬ ਨੂੰ, ਕਿ ਅਮੀਰ ਤੇ ਗਰੀਬ ਦੇ ਵਿੱਚ ਬਰਾਬਰਤਾ ਦਾ ਜਿਹੜਾ ਸੀ ਉਹ ਦਰਜਾ ਹਾਸਲ ਕੀਤਾ। ਅਮੀਰ ਤੇ ਗਰੀਬ ਦੇ ਵਿੱਚ ਬਰਾਬਰਤਾ ਭਰ ਦਿੱਤੀ ਤੇ ਨਾਲ ਹੀ ਨਾਲ ਪੈਰੀ ਪਾਉਣਾ ਜਗ ਵਰਤਾਇਆ, ਕਿ ਸਾਰੇ ਜਗ ਦੇ ਵਿੱਚ ਇਹ ਰੀਤ ਪ੍ਰਚਲਿਤ ਕਰ ਦਿੱਤੀ
ਕਿ ਸਾਰੇ ਮਨੁੱਖਾਂ ਨੂੰ ਆਪਣੇ ਆਪ ਨੂੰ ਨਿਵਾ ਕੇ ਆਪਣੇ ਆਪ ਵਿੱਚ ਆਪਣੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਧਾਰਨ ਕਰਨੀ ਪਵੇਗੀ। ਉਲਟਾ ਖੇਲ ਪ੍ਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ, ਕਿ ਇਹ ਸਾਰਾ ਹੀ ਪ੍ਰਮਾਤਮਾ ਦਾ ਜਿਹੜਾ ਸੀ, ਪ੍ਰਮ ਦਾ ਜਿਹੜਾ ਖੇਲ ਸੀ, ਇਹ ਉਲਟ ਕਲਾ ਵਰਤ ਗਈ ਕਿ ਜਿਹੜੇ ਸਾਰੇ ਮਨੁੱਖ ਜਿਨ੍ਹਾਂ ਦੇ ਮਨ ਦੇ ਵਿੱਚ ਹੰਕਾਰ ਸੀ ਨਾ ਵੀ ਅਸੀਂ ਰਾਜੇ ਹਾਂ, ਅਸੀਂ ਪ੍ਰਜਾ ਨੂੰ ਜਿਸ ਤਰ੍ਹਾਂ ਚਾਹਾਂਗੇ ਉਸ ਦਸ਼ਾ ਦੇ ਵੱਲ ਤੋਰ ਦੇਵਾਂਗੇ, ਪ੍ਰਜਾ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸੀ। ਉਹ ਸਾਰੇ ਦੇ ਸਾਰੇ ਜਿੰਨੇ ਵੀ ਮਨੁੱਖ ਸਨ, ਜਿੰਨੇ ਵੀ ਰਾਜੇ ਸਨ, ਸਾਰਿਆਂ ਨੇ ਆਪਣੇ ਆਪ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ। ਸਮਾਜ ਦੀ ਦੁਰਦਸ਼ਾ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦੇ ਨਾਲ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਦੇ ਨਾਲ ਇਹੋ ਜੀ ਸਮਾਜ ਦੀ ਦੁਰਦਸ਼ਾ ਜਿਹੜੀ ਸੀਗੀ ਉਸ ਦੇ ਵਿੱਚ ਸੁਧਾਰ ਹੋ ਗਿਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਨਾਇਆ, ਕਿ ਕਲਯੁਗ ਦੇ ਵਿੱਚ ਜਿਹੜੇ ਮਨੁੱਖ ਰਹਿੰਦੇ ਸੀ ਨਾ, ਕਲਯੁਗ ਦੇ ਸੀ ਤਾਂ ਭਾਵ ਇੱਕ ਧਰਮ ਦਾ ਪੈ ਰਹਿ ਗਿਆ ਸੀ। ਉਸ ਸਮੇਂ ਦੇ ਵਿੱਚ, ਉਸ ਯੁੱਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਦ੍ਰਿੜ ਕਰਾਉਂਦਿਆਂ, ਸੱਚੇ ਨਾਮ ਦੀ ਆਰਾਧਨਾ ਕਰਨ ਦੇ ਲਈ ਸਾਰੇ ਮਨੁੱਖਾਂ ਨੂੰ ਪ੍ਰੇਰਦਿਆਂ ਇਸ ਕਲਯੁਗ ਦੇ ਵਿੱਚ ਵੀ ਉਹਨਾਂ ਦੇ ਸਹਾਈ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕਲ ਤਾਰਨ ਗੁਰੂ ਨਾਨਕ ਆਇਆ, ਕਿ ਇਸ ਤਰ੍ਹਾਂ ਇਸ ਸਮਾਜ ਨੂੰ ਤਾਰਨ ਦੇ ਲਈ ਪਰਮਾਤਮਾ ਨੇ ਜਦੋਂ ਸੰਕਲਪ ਧਾਰਿਆ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਇਸ ਸੰਸਾਰ ਨੂੰ ਤਾਰਨ ਦੇ ਲਈ ਅਵਤਾਰ ਧਾਰਨ ਕੀਤਾ। ਇੱਥੇ ਵੀ ਜ਼ਿਕਰ ਕਰਦੇ ਨੇ ਕਿ ਜਦੋਂ ਇਹੋ ਜੀ ਦੁਰਦਸ਼ਾ ਦਾ ਸੁਧਾਰ ਹੋਇਆ ਤਾਂ ਸਾਰੇ ਪਾਸੇ ਜਿਹੜੇ ਸੀ ਮਨੁੱਖਾਂ ਨੇ ਆਪਣੇ ਹੱਥਾਂ ਦੇ ਵਿੱਚ ਸ਼ੰਖ ਲੈ ਕੇ ਸ਼ੰਖ ਵਜਾਉਣੇ ਕੀਤੇ ਤੇ ਨਾਲ ਹੀ ਨਾਲ ਸਾਰੇ ਪਾਸੇ ਉਸ ਪਰਮਾਤਮਾ ਦੀ ਜੈ ਜੈਕਾਰ ਹੋ ਗਈ। ਪਰਮਾਤਮਾ ਦੇ ਨਾਮ ਦੇ ਜੈ ਜੈਕਾਰ ਕਰਨ ਲੱਗ ਪਏ। ਅਮਰਨ ਮਿਲ ਕਰ ਮਲਿਆ ਕਸਾਈ, ਕੁੰਕਮ ਪੁਨ ਕਨਸਾਰ ਮਿਲਾਈ। ਅਮਰਨ ਦਾ ਭਾਵ ਹੁੰਦਾ ਨਾ ਮਰਨ ਵਾਲੇ, ਭਾਵ ਦੇਵਤੇ। ਮਲਿਆ ਦਾ ਭਾਵ ਹੁੰਦਾ ਚੰਦਨ, ਕਿ ਜਿਹੜੇ ਨਾ ਮਰਨ ਵਾਲੇ ਸਨ, ਜਿਹੜੇ ਦੇਵਤੇ ਸਨ, ਉਹਨਾਂ ਨੇ ਮਿਲ ਕੇ ਚੰਦਨ ਘਸਾਉਣੀ ਸ਼ੁਰੂ ਕਰ ਦਿੱਤੀ। ਕੁੰਕਮ ਦਾ ਭਾਵ ਹੁੰਦਾ ਕੇਸਰ ਤੇ ਕਨਸਾਰ ਦਾ ਭਾਵ ਹੁੰਦਾ ਕਪੂਰ, ਤੇ ਉਸ ਵਿੱਚ ਫਿਰ ਕਹਿੰਦੇ ਕੇਸਰ ਤੇ ਕਪੂਰ ਦਾ ਜਿਹੜਾ ਸੀ ਉਹ ਅਲਕ ਮਿਲਾਇਆ। ਦੇਵਤਿਆਂ ਨੇ ਰਲ ਕੇ ਚੰਦਨ ਘਸਾਉਣੀ ਸ਼ੁਰੂ ਕਰ ਦਿੱਤੀ, ਨਾਲ ਹੀ ਕੇਸਰ ਤੇ ਕਪੂਰ ਦਾ ਵੀ ਉਸ ਦੇ ਵਿੱਚ ਮਿਸ਼ਰਨ ਕਰ ਲਿਆ। ਕਾਲੂ ਕੇ ਮੰਦਰ ਪਰ ਚਰਚੇ ਮੰਦਾਰਨ ਕੁਸਮਾ ਜਲ ਅਰਚੇ, ਕਿ ਉਹ ਜਿਹੜਾ ਸਾਰਾ ਮਿਸ਼ਰਣ ਤਿਆਰ ਹੋਇਆ ਸੀ ਨਾ, ਚੰਦਨ ਦਾ ਲੇਪ, ਕੇਸਰ ਦਾ ਲੇਪ ਤੇ ਕਪੂਰ ਦਾ ਲੇਪ, ਉਹ ਦੇਵਤਿਆਂ ਨੇ ਰਲ ਕੇ ਨਾ ਕਾਲੂ ਕੇ ਮੰਦਰ ਭਾਵ ਭਾਈ ਕਾਲੂ ਜੀ ਦੇ ਘਰ ਦੇ ਵਿੱਚ ਉਸ ਲੇਪ ਦਾ ਜਿਹੜਾ ਸੀ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਦੇਵਤਿਆਂ ਨੂੰ ਵੀ ਪਤਾ ਲੱਗ ਗਿਆ ਵੀ ਇਸ ਅਸਥਾਨ ਦੇ ਉੱਤੇ, ਇਸ ਗ੍ਰਹਿ ਦੇ ਵਿੱਚ ਜਗਤ ਦਾ ਮਾਲਕ ਦਾ ਉਤਾਰਾ ਹੋਣ ਵਾਲਾ, ਜਗਤ ਦਾ ਮਾਲਕ ਪ੍ਰਗਟ ਹੋਣ ਵਾਲਾ। ਉਹਨਾਂ ਦੇਵਤਿਆਂ ਨੇ ਵੀ ਖੁਸ਼ੀ ਦੇ ਵਿੱਚ ਇਹੋ ਜਿਹਾ ਕਾਰਜ ਕਰਨੇ ਆਰੰਭ ਕਰ ਦਿੱਤੇ ਕਿ ਮਹਿਤਾ ਕਾਲੂ ਦਾਸ ਜੀ ਦੇ ਘਰ ਦੇ ਉੱਤੇ ਇਹ ਖੁਸ਼ਬੂਦਾਰ ਵਸਤੂਆਂ ਜਿਹੜੀਆਂ ਨੇ, ਇਹ ਚੰਗੇ ਸ਼ਗਨ ਦੀਆਂ ਜਿਹੜੀਆਂ ਪ੍ਰਤੀਕ ਨੇ ਨਾ, ਇਹਨਾਂ ਦਾ ਛਿੜਕਾਅ ਮਹਿਤਾ ਕਾਲੂ ਦਾਸ ਜੀ ਦੇ ਗ੍ਰਹਿ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ। ਮੰਦਾਰਨ ਕੁਸਮਾਜਲ ਅਰਚੇ, ਤੇ ਜਿਹੜੇ ਫਿਰ ਦੇਵਤੇ ਸੀ ਨਾ, ਉਹਨਾਂ ਨੇ ਕੁਸਮਾਜਲ ਦਾ ਭਾਵ ਹੁੰਦਾ ਕਲਪ ਬ੍ਰਿਸ਼ ਦੇ ਜਿਹੜੇ ਫੁੱਲ ਨੇ, ਦੇਵਤਿਆਂ ਨੇ ਨਾਲ ਹੀ ਨਾਲ ਤੇ ਉਸ ਕਾਲੂ ਜੀ ਦੇ ਗ੍ਰਹਿ ਦੇ ਉੱਤੇ ਜਿੱਥੇ ਜਗਤ ਦੇ ਮਾਲਕ ਨੇ ਅਵਤਾਰ ਧਾਰਨ ਕੀਤਾ, ਜਿੱਥੇ ਇਸ ਮਿਸ਼ਰਣ ਦਾ ਛਿੜਕਾਅ ਕੀਤਾ, ਨਾਲ ਹੀ ਨਾਲ ਕਹਿੰਦੇ ਬੁੱਕਾਂ ਦੇ ਬੁੱਕ ਕਲਪ ਬ੍ਰਿਸ਼ ਦੇ ਫੁੱਲਾਂ ਦੇ ਬਰਸਾਣੇ ਸ਼ੁਰੂ ਕਰ ਦਿੱਤੇ ਕਿ ਇਸ ਸਥਾਨ ਦੇ ਉੱਤੇ ਜਗਤ ਦੇ ਮਾਲਕ ਨੇ ਅਵਤਾਰ ਧਾਰਨਾ ਹੈ। ਅੱਜ ਤੱਕ ਦੇ ਪ੍ਰਸੰਗ ਦੇ ਵਿੱਚ ਅਸੀਂ ਇੱਥੋਂ ਤੱਕ ਇਤਿਹਾਸ ਸਰਵਣ ਕੀਤਾ। ਸੰਮਤ 1526 ਦੇ ਵਿੱਚ ਕਿਸ ਤਰ੍ਹਾਂ ਪਰਮਾਤਮਾ ਨੇ ਅਵਤਾਰ ਧਾਰਨ ਕਰਨ ਦਾ ਸੰਕਲਪ ਕੀਤਾ, ਕਿਸ ਤਰ੍ਹਾਂ ਉਸ ਖੁਸ਼ੀਆਂ ਦੇ ਵਿੱਚ ਮਨੁੱਖਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਸ ਤਰ੍ਹਾਂ ਸ਼ੰਖ ਵਜਾਉਣੇ ਸ਼ੁਰੂ ਕੀਤੇ, ਕਿਸ ਤਰ੍ਹਾਂ ਪਰਮਾਤਮਾ ਦੀ ਜੈ ਜੈਕਾਰ ਕੀਤੀ। ਹੋਰ ਤੇ ਹੋਰ ਦੇਵਤੇ ਵੀ ਪ੍ਰਸੰਨ ਹੋ ਕੇ ਕਿਸ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਕਰਦੇ ਨੇ। ਅਗਲੇਰੇ ਪ੍ਰਸੰਗ ਦੇ ਵਿੱਚ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਦਾ ਜੋ ਵੀ ਪ੍ਰਸੰਗ ਹੈ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਣਾ ਭੁੱਲਾ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।